ਧੰਨ ਵਾਹਿਗੁਰੂ ਜੀਓ। ਗੌੜੀ ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ। ਤਹ ਉਤਪਤ ਪਰਲੋ ਨਾਹੀ। ਜੀਵਨ ਮਿਰਤ ਨਾ ਦੁਖ ਸੁਖ ਵਿਆਪੈ। ਸੁਨ ਸਮਾਦ ਦੋ ਤਹ ਨਾਹੀ। ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਤੋਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ। ਹਲਕੀ ਲੱਗੈ ਨਾ ਭਾਰੀ ਰਹਾ। ਅਰਧ ਉਰਧ ਦੋ ਤਹ ਨਾਹੀ। ਰਾਤ ਦਿਨਸ ਤਹ ਨਾਹੀ। ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਸਤਿਗੁਰ ਤਹਾਂ ਸਮਾਹੀ। ਅਗੰਮ ਅਗੋਚਰ ਰਹਿ ਨਿਰੰਤਰ। ਗੁਰ ਕਿਰਪਾ ਤੇ ਲਹੀਐ। ਕਹੋ ਕਬੀਰ ਬਲ ਜਾਉ ਗੁਰ ਅਪੁਨੇ। ਸਤ ਸੰਗਤ ਮੇਲ ਰਹੀਐ। ਕਹੋ ਕਬੀਰ ਬਲ ਜਾਉ ਗੁਰ ਅਪੁਨੇ। ਸਤ ਸੰਗਤ ਮੇਲ ਰਹੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਗਰੀਬ ਨਵਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਜੁੜ ਬੈਠਣ ਦਾ ਤੇ ਸਤਿਗੁਰੂ ਦੀ ਪਾਵਨ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗਾ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਸਤਿਕਾਰ ਸਹਿਤ ਸਰਵਣ ਕੀਤੇ ਨੇ। ਸੋ ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਹੁਣੇ ਹੀ ਦਾਸ ਪਾਸੋਂ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 333 ਉੱਪਰ ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਦਰਜ ਹੈ। ਸੰਖੇਪ ਸਿਰਲੇਖ ਜੋ ਕੇਵਲ ਰਾਗ ਨੂੰ ਦਰਸਾਉਂਦਾ ਹੈ, ਗੌੜੀ ਇਸ ਸ਼ਬਦ ਦੇ ਉੱਪਰ ਸੁਭਾਈਮਾਨ ਹੈ। ਭਗਤ ਜੀ ਨੇ ਸਮੁੱਚੇ ਸ਼ਬਦ ਦੇ ਅੰਦਰ ਅਸੀਂ ਗੁਰਬਾਣੀ ਦੇ ਵਿੱਚ ਜਿਸ ਸ਼ਬਦ ਨੂੰ ਬੜੀ ਵਾਰ ਪੜ੍ਹਦੇ ਹਾਂ, ਸਹਿਜ ਅਵਸਥਾ, ਸਹਿਜ, ਤੁਰੀਆ ਅਵਸਥਾ, ਚੌਥਾ ਪਦ, ਇਹ ਜੋ ਸ਼ਬਦ ਬਹੁਤ ਵੱਡੀ ਉੱਚੀ ਆਤਮਿਕ ਅਵਸਥਾ ਦੇ ਸੂਚਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਦਰਜ ਨੇ। ਇਹਨਾਂ ਦੀ ਕੁਝ ਵਿਆਖਿਆ ਜੋ ਉੱਥੇ ਹੈ ਉਸ ਨੂੰ ਦਰਸਾਉਣ ਦਾ ਸ਼ਬਦ ਰਾਹੀਂ ਯਤਨ ਕੀਤਾ ਹੈ।
ਇੱਕ ਗੱਲ ਅਸੀਂ ਖਿਆਲ ਵਿੱਚ ਰੱਖੀਏ, ਭਗਤ ਜੀ ਨੇ ਖੁਦ ਵੀ ਜਿਹੜਾ ਕੱਲ ਸ਼ਬਦ ਆਪਾਂ ਵਿਚਾਰਿਆ ਉਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਮਿਸ਼ਰੀ ਨੂੰ ਅਲੌਤੀ ਕਹਿੰਦੇ ਨੇ, ਭਾਵ ਮਿੱਠਾ। ਬਰੇਡਾ ਦਾ ਅਰਥ ਹੈ ਸ਼ਰਬਤ। ਮਿਸ਼ਰੀ ਦਾ ਸ਼ਰਬਤ ਭਾਵ ਮਿੱਠਾ ਸਵਾਦਲਾ ਕੋਈ ਸ਼ਰਬਤ ਜਾਂ ਪਕਵਾਨ ਛਕੇ, ਜਿਸ ਨੇ ਉਸ ਨੂੰ ਛਕਿਆ ਹੈ ਉਸ ਦਾ ਟੇਸਟ ਉਹ ਖਾਣ ਵਾਲਾ ਜਾਂ ਪੀਣ ਵਾਲਾ, ਛਕਣ ਵਾਲਾ ਹੀ ਜਾਣਦਾ। ਦੇਖਣ ਵਾਲਾ ਉਹ ਸਵਾਦ ਨਹੀਂ ਮਾਣ ਸਕਦਾ ਜਿਹੜਾ ਪੀਣ ਜਾਂ ਖਾਣ ਵਾਲਾ ਸਵਾਦ ਮਾਣਦਾ। ਇਸੇ ਤਰ੍ਹਾਂ ਉਹਨਾਂ ਨੇ ਸ਼ਬਦ ਵਰਤਿਆ ਸੀ, ਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਕਹਿੰਦੇ ਉਹੀ ਜਾਣਦਾ ਜਿਹੜਾ ਇਸ ਮਨੋ ਅਵਸਥਾ ਨੂੰ, ਇਸ ਉੱਚੀ ਅਵਸਥਾ ਨੂੰ ਮਾਣਦਾ, ਜਿਹੜਾ ਇਹਦੇ ਵਿੱਚ ਹੁੰਦਾ ਹੈ, ਜਿਹੜਾ ਇਹਨੂੰ ਹੰਢਾਉਂਦਾ ਹੈ। ਫਿਰ ਉਹ ਹੰਢਾਉਣ ਵਾਲਾ, ਜਿਵੇਂ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ ਸੀ, ਇਸ ਸ਼ਬਦ ਵਿੱਚ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀ ਹੈ। ਇਹ ਮੇਰੇ ਵਾਹਿਗੁਰੂ, ਤੇਰੀ ਜਿਹੜੀ ਵੱਡੀ ਸਿਫਤ ਸਲਾਹ ਹੈ, ਜੋ ਮੈਂ ਇਸ ਨੂੰ ਜਿਵੇਂ ਜੀਂਦਾ ਹਾਂ, ਜਿਵੇਂ ਮੈਂ ਇਹਨੂੰ ਹੰਢਾਉਂਦਾ ਹਾਂ, ਦੂਜੇ ਨੂੰ ਹੂ-ਬ-ਹੂ ਮੈਂ ਕਿਵੇਂ ਦੱਸਾਂ। ਮੇਰੇ ਕੋਲੋਂ ਹੂ-ਬ-ਹੂ ਉਹਦੇ ਸਾਹਮਣੇ ਬਿਆਨ ਨਹੀਂ ਕੀਤੀ ਜਾ ਸਕਦੀ ਵੀ ਜਿਸ ਤਰ੍ਹਾਂ ਉਹ ਸਮਝ ਸਕੇ ਇਸ ਗੱਲ, ਕਿਉਂਕਿ ਮੈਂ ਜੋ ਜੀ ਰਿਹਾ ਮੈਂ ਉਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਜੇ ਉਹਦੇ ਅੰਦਰ ਵੀ ਕੋਈ ਐਸੀ ਕਣੀ ਹੋਈ ਤੇ ਉਹ ਮੇਰੀ ਗੱਲ ਨੂੰ ਉਸੇ ਰੂਪ ਵਿੱਚ ਸਮਝੇਗਾ, ਨਹੀਂ ਤੇ ਉਹ ਆਪਣੇ ਪੱਧਰ ਤੇ ਸਮਝੇਗਾ। ਜਿਸ ਜਗ੍ਹਾ ਦੇ ਉੱਤੇ ਉਹ ਖੜਾ ਹੈ ਉਸ ਹਿਸਾਬ ਨਾਲ ਉਹ ਸਮਝੇ। ਜਿਵੇਂ ਆਪਾਂ ਇੱਕ ਜਗ੍ਹਾ ਦੇ ਉੱਤੇ ਖਲੋ ਕੇ ਉੱਚੀ ਆਵਾਜ਼ ਮਾਰਦੇ ਹਾਂ, ਜਿਹੜਾ ਸਾਡੇ ਤੋਂ 10 ਫੁੱਟ ਦੀ ਦੂਰੀ ਤੇ ਉਹਨੂੰ ਆਵਾਜ਼ ਹੋਰ ਤਰ੍ਹਾਂ ਸੁਣਨੀ ਹੈ, ਜਿਹੜਾ 100 ਫੁੱਟ ਤੇ ਉਹਨੂੰ ਹੋਰ 200 ਫੁੱਟ ਤੇ 400 ਫੁੱਟ ਤੇ। ਜਿੰਨਾ ਕੋਈ ਸਾਡੇ ਤੋਂ ਦੂਰ ਹੁੰਦਾ ਜਾਏਗਾ ਓਨਾ ਸਾਡੀ ਆਵਾਜ਼ ਜਿਹੜੀ ਹੈ, ਸੁਰ ਜਿਹੜੀ ਹੈ, ਉਹਦੇ ਤੱਕ ਮੱਧਮ ਹੀ ਹੁੰਦੀ ਜਾਏਗੀ। ਜਿੰਨਾ ਕੋਈ ਸਾਡੇ ਤੋਂ ਦੂਰ ਹੋਏਗਾ ਉਨੀ ਸਾਡੀ ਸੁਰ ਆਵਾਜ਼ ਜਿਹੜੀ ਹੈ ਉਹ ਅਖੀਰਲੇ ਆਦਮੀ ਤੱਕ ਬੜੀ ਮੱਧਮ ਪਹੁੰਚੇਗੀ, ਤੇ ਇੱਕ ਐਸਾ ਵੀ ਹੋਏਗਾ ਜਿਹਦੇ ਤੱਕ ਪਹੁੰਚੇਗੀ ਨਹੀਂ। ਉਹਨੂੰ ਅੰਦਾਜ਼ਾ ਹੋਏਗਾ ਵੀ ਬੰਦੇ ਨੇ ਕੁਝ ਕਿਹਾ ਹੈ ਪਰ ਸੁਣਿਆ ਉਹਨੂੰ ਕੁਝ ਨਹੀਂ। ਤੇ ਕੋਈ ਇੰਨਾ ਵੀ ਦੂਰ ਹੋ ਸਕਦਾ ਜਿਹਨੂੰ ਅਸੀਂ ਵੀ ਨਾ ਦਿਸੀਏ, ਸਾਡੀ ਆਵਾਜ਼ ਵੀ ਨਾ ਪਹੁੰਚੇ ਤੇ ਅਸੀਂ ਵੀ ਨਾ ਦਿਸੀਏ। ਇਹ ਉਦਾਹਰਣ ਮੈਂ ਇਸ ਕਰਕੇ ਦਿੱਤੀ ਹੈ, ਕੋਈ ਜਿੰਨਾ ਕੁ ਸੱਚ ਦੇ ਨੇੜੇ ਹੁੰਦਾ ਹੈ ਉਹ ਸੱਚੇ ਪੁਰਖ ਦੀ ਗੱਲ ਨੂੰ ਓਨਾ ਕੀ ਸੁਣਦਾ ਹੈ। ਕਿਸੇ ਨੂੰ ਉਹ ਸੱਚਾ ਪੁਰਖ ਵੀ ਵਿਖਾਈ ਨਹੀਂ ਦਿੰਦਾ, ਭਾਵੇਂ ਉਹਨਾਂ ਦੇ ਵਿੱਚ ਹੀ ਹੋਵੇ। ਤੇ ਕਿਸੇ ਨੂੰ ਉਹਦੀ ਆਵਾਜ਼ ਬੜੀ ਮੱਧਮ ਜਿਹੀ, ਜਿੰਨੀ ਕੁ ਉਹਦੇ ਅੰਦਰ ਆਪਣੇ ਅੰਦਰ ਸੱਚਾਈ ਦਾ ਅੰਸ਼ ਹੈ ਉਨੀ ਕੁ ਸੁਣਦੀ ਹੈ। ਕਿਸੇ ਨੂੰ ਥੋੜੀ ਜ਼ਿਆਦਾ ਸੁਣਦੀ ਹੈ, ਕਿਸੇ ਨੂੰ ਬਿਲਕੁਲ ਸਾਫ਼ ਸੁਣਦੀ ਹੈ। ਉਹਨੂੰ ਸੁਣਾਉਣ ਵਾਲਾ ਵੀ ਦੀਦਾ ਤੇ ਜੋ ਸੁਣਾ ਰਿਹਾ ਉਹ ਵੀ ਸੁਣਦਾ ਹੈ। ਐਸਾ ਵਿਅਕਤੀ ਨਾ ਅੰਨਾ ਹੈ ਨਾ ਬੋਲਾ ਹੈ। ਜਿਹੜਾ ਬਿਲਕੁਲ ਹੀ ਦੂਰ ਹੈ, ਜਿਹਨੂੰ ਨਾ ਆਵਾਜ਼ ਵਾਲਾ ਦਿਖਾਈ ਦਿੰਦਾ ਹੈ ਤੇ ਜਿਹਨੂੰ ਨਾ ਆਵਾਜ਼ ਸੁਣਦੀ ਏ, ਉਹ ਅੰਨਾ ਵੀ ਹੈ ਤੇ ਬੋਲਾ ਵੀ। ਭਾਵੇਂ ਕੰਨ ਹੈਨ ਅੱਖਾਂ ਹੈਨ, ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣਾਈ ਭਉ ਰੋਲ ਕਚੋਲਾ। ਉਹਦੇ ਲਈ ਰੋਲ ਕਚੋਲਾ ਹੈ, ਖਿੱਚ ਧੂਏ, ਉਲਝਣ ਹੀ ਉਲਝਣ। ਬਹੁਤ ਐਸੇ ਲੋਕ ਹੋਣਗੇ, ਅੱਜ ਤੇ ਅਸੀਂ ਉਹਨਾਂ ਮਹਾਂਪੁਰਖਾਂ ਦੀ ਬਾਣੀ ਪੜ੍ਹਦੇ ਹਾਂ। ਕਬੀਰ ਸਾਹਿਬ ਜਦੋਂ ਬਿਰਾਜੇ ਹੋਣਗੇ ਤਾਂ ਉਹ ਕੁਝ ਕਹਿ ਰਹੇ ਹੋਣਗੇ, ਹੋ ਸਕਦਾ ਕੋਈ ਬੰਦਾ ਉਹਨਾਂ ਦੇ ਸਾਹਮਣੇ ਬੈਠਾ ਵੀ ਉਹਨਾਂ ਨੂੰ ਨਾ ਪਛਾਣ ਸਕੇ ਵੀ ਇਹ ਕੌਣ ਨੇ। ਉਹ ਇਹੋ ਹੀ ਪਰਖਦਾ ਰਿਹਾ ਹੋਵੇ ਵੀ ਇਹ ਤਾਂ ਜੁਲਾਇਆ, ਉਹੀ ਪਰਖਦਾ ਰਿਹਾ ਹੋਵੇ ਇਹਨਾਂ ਦੀ ਬਰਾਦਰੀ ਨੀਵੀਂ, ਉਹੀ ਪਰਖਦਾ ਰਿਹਾ ਹੋਵੇ ਵੀ ਇਹਨਾਂ ਦਾ ਕਿਹੜਾ ਕੋਈ ਬਹੁਤ ਸਮਾਜ ਵਿੱਚ ਬਹੁਤ ਉੱਚਾ ਰੁਤਬਾ। ਨਾ ਉਹ ਸੁਣਾਉਣ ਵਾਲੇ ਨੂੰ ਵੇਖ ਸਕਿਆ ਤੇ ਨਾ ਉਹਦੀ ਆਵਾਜ਼ ਹੀ ਉਹਦੇ ਕੰਨਾਂ ਤੱਕ ਪਹੁੰਚੀ। ਜੇ ਪਹੁੰਚੀ ਵੀ ਤੇ ਉਹਨੇ ਕੋਈ ਆਪਣੇ ਹਿਰਦੇ 'ਚ ਉਹਨੂੰ ਜਗ੍ਹਾ ਨਹੀਂ ਦਿੱਤੀ, ਕਿਉਂਕਿ ਡਾਊਟਫੁਲ ਹੋ ਕੇ ਬੈਠਾ ਰਿਹਾ। ਇਸ ਵਾਸਤੇ ਉਹ ਆਪਣੇ ਪੈਮਾਨੇ ਤੇ,
ਉਹ ਆਪਣੇ ਪੈਮਾਨੇ ਤੇ ਆਪਣੀ ਕਸਵੱਟੀ ਦੇ ਉੱਤੇ ਹੀ ਕਬੀਰ ਜੀ ਨੂੰ ਪਰਖਦਾ ਰਿਹਾ ਹੋਏਗਾ ਵੀ ਮੈਂ ਜੇ ਤਾਂ ਕਬੀਰ ਜੀ ਮੇਰੀ ਕਸਵੱਟੀ ਤੇ ਖਰੇ ਉਤਰਦੇ ਨੇ ਤੇ ਫਿਰ ਮੈਂ ਸੋਚਾਂਗਾ ਵੀ ਇਹਨਾਂ ਦੀ ਗੱਲ ਸੁਣਨੀ ਹੈ ਕਿ ਨਹੀਂ ਸੁਣਨੀ। ਇਸ ਵਾਸਤੇ ਇਹ ਬੜਾ ਅਜੀਬ ਵਰਤਾਰਾ ਮਨੁੱਖ ਦੇ ਅੰਦਰ ਦਾ। ਉਹਨਾਂ ਨੇ ਜੋ ਜਾਣਿਆ, ਜੋ ਅਨੁਭਵ ਕੀਤਾ, ਉਹ ਉਹਨਾਂ ਨੇ ਕਥਨ ਕੀਤਾ, ਪ੍ਰਗਟ ਕੀਤਾ, ਸ਼ਬਦ ਰਾਹੀਂ ਬਿਆਨ ਕੀਤਾ, ਇੱਕ ਟੋਹ ਦੇਣ ਦੀ ਕੋਸ਼ਿਸ਼ ਕੀਤੀ। ਬਸ ਮਾਈਲਸਟੋਨ ਹੁੰਦੇ ਨਾ ਸੜਕ ਦੇ ਉੱਤੇ, ਠੀਕ ਉਸੇ ਤਰ੍ਹਾਂ ਉਹਨਾਂ ਦਾ ਸ਼ਬਦ ਜਿਹੜਾ ਹੈ ਉਹ ਦੱਸ ਪਾਉਂਦਾ ਹੈ ਕਿ ਆਹ ਮੰਜ਼ਿਲ ਹੈ, ਇਸ ਪਾਸੇ ਨੂੰ ਤੁਰੋ। ਸਫ਼ਰ ਜਿਹੜਾ ਉਹ ਸਾਡੀ ਸੁਰਤ ਨੇ ਕਰਨਾ ਹੈ, ਸਾਡੇ ਮਨ ਨੇ ਕਰਨਾ। ਜਿਉਂ-ਜਿਉਂ ਸਫ਼ਰ ਕਰਾਂਗੇ, ਸਫ਼ਰ ਵੀ ਇੰਜੋਏ ਕਰਾਂਗੇ ਤੇ ਮੰਜ਼ਿਲ ਦੇ ਨੇੜੇ ਵੀ ਹੁੰਦੇ ਜਾਵਾਂਗੇ। ਤੇ ਸ਼ਬਦ ਜਿਹੜਾ ਉਹ ਸਾਡੀ ਰਹਿਨੁਮਾਈ ਕਰੇਗਾ, ਰਹਿਬਰੀ ਕਰੇਗਾ। ਸ਼ਬਦ ਜਿਹੜਾ ਉਹ ਸਾਨੂੰ ਤੁਰਨ ਦੀ ਜਾਚ ਸਿਖਾਏਗਾ ਤੇ ਸਾਨੂੰ ਸਫ਼ਰ ਦੀਆਂ ਉਲਝਣਾਂ ਬਾਰੇ ਦੱਸਦਾ ਰਹੇਗਾ। ਤਾਂ ਸ਼ਬਦ ਨੇ ਸਾਡੀ ਐਵੇਂ ਅਗਵਾਈ ਜਿਹੜੀ ਉਹ ਜੀਵਨ ਵਿੱਚ ਕਰਨੀ, ਆਤਮਿਕ ਪੈਂਡੇ ਵਿੱਚ ਕਰਨੀ। ਤੋ ਗਰੀਬ ਨਵਾਜ਼ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਇੱਕ ਲਫ਼ਜ਼ ਵਰਤਿਆ ਜਿਹਦੀ ਉਹਨਾਂ ਨੇ ਐਕਸਪਲੇਨੇਸ਼ਨ ਸਾਰੇ ਸ਼ਬਦ ਵਿੱਚ ਦਿੱਤੀ, ਉਹ ਹੈ ਸਹਿਜ। ਇਸ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਪੱਖਾਂ ਤੋਂ ਵਿਆਖਿਆ ਮਹਾਰਾਜ ਨੇ ਕੀਤੀ। ਇੱਕ ਆਪਾਂ ਸ਼ਬਦ 9ਵੇਂ ਗੁਰੂ ਦੇਵ ਜੀ ਦਾ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹਿ ਮਾਨ ਅਪਮਾਨਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ। ਇਤਿਆਦਿਕ ਬਹੁਤ ਸਾਰੇ ਸ਼ਬਦ 9ਵੇਂ ਪਾਤਸ਼ਾਹ ਦੀ ਬਾਣੀ 'ਚ ਹੀ ਰਲਦੇ ਮਿਲਦੇ ਇਸ ਨਾਲ ਸਾਨੂੰ ਪ੍ਰਾਪਤ ਹੋ ਜਾਂਦੇ। ਜ਼ਰਾ ਸੋਚ ਕੇ ਵੇਖੋ, ਦੁੱਖ ਹੈ ਤੇ ਦੁਖੀ ਹੁੰਦੇ ਹਾਂ, ਪੋਸੀਬਲ ਹੈ। ਸੁੱਖ ਹੈ ਤੇ ਸੁਖੀ ਹੁੰਦੇ ਹਾਂ, ਸੁੱਖ ਦਾ ਤੇ ਦੁੱਖ ਦਾ ਪ੍ਰਭਾਵ ਪੂਰਾ ਪੂਰਾ ਕਬੂਲ ਕਰਦੇ ਹਾਂ, ਨਾ ਘੱਟ ਨਾ ਵੱਧ। ਕੋਈ ਸਿਫਤ ਕਰੇ ਉਹਨੂੰ ਅਸੀਂ ਹੋਰ ਤਰ੍ਹਾਂ ਫੀਲ ਕਰਦੇ ਹਾਂ, ਕੋਈ ਨਿੰਦਾ ਕਰੇ ਉਹਨੂੰ ਅਸੀਂ ਹੋਰ ਤਰ੍ਹਾਂ ਫੀਲ ਕਰਦੇ ਹਾਂ। ਲੋਭ ਪ੍ਰੋਪਰ ਪ੍ਰਭਾਵ ਪਾਉਂਦਾ ਸਾਡੇ ਮਨ ਉੱਤੇ। ਅਭਿਮਾਨ ਜਿਸ ਵਿੱਚ ਅਸੀਂ ਸਦਾ ਜੀਂਦੇ ਹਾਂ, ਅਭਿਮਾਨ ਆਪਣੀ ਤਾਕਤ ਦਾ ਹੋਵੇ, ਆਪਣੇ ਗਿਆਨ ਦਾ ਹੋਵੇ, ਆਪਣੇ ਸੁਹੱਪਣ ਦਾ ਹੋਵੇ, ਆਪਣੇ ਰੁਤਬੇ ਦਾ ਹੋਵੇ, ਆਪਣੀ ਬਰਾਦਰੀ ਦਾ ਹੋਵੇ, ਕਈ ਚੀਜ਼ਾਂ ਦਾ। ਬੜੇ ਪੈਰਾਂ ਤੇ ਖੜਾ ਹੈ ਅਭਿਮਾਨ, ਅਹੰਕਾਰ। ਹੋ ਸਕਦਾ ਹੈ ਸੇਵਾ ਦਾ ਵੀ ਹੋਵੇ, ਮੈਂ ਇੰਨੀ ਸੇਵਾ ਕੀਤੀ, ਦਾਨ ਦਾ ਵੀ ਹੋਵੇ, ਧਰਮ ਗ੍ਰੰਥ ਪੜ੍ਹੇ ਦਾ ਵੀ ਹੋਵੇ। ਇਹਦੇ ਕੋਲ ਬਹੁਤ ਅਸਾਰ ਨੇ ਆਪਣੇ ਆਪ ਨੂੰ ਜਿਉਂਦਿਆਂ ਰੱਖਣ ਦੇ। ਈਗੋ ਕੋ, ਹਉਮੈ ਨੂੰ, ਅਭਿਮਾਨ ਨੂੰ। ਹੁਣ ਗੁਰੂ ਸਾਹਿਬ ਜੀ ਨੇ ਜਦੋਂ ਇਹਦੀ ਵਿਆਪਕ ਵਿਆਖਿਆ ਕੀਤੀ ਹੈ ਤਾਂ ਹਜ਼ੂਰ ਨੇ ਆਖਿਆ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਉਸ ਜੀਵਨ ਦੇ ਉੱਤੇ ਨਹੀਂ ਜਿਹਦੀ ਮੈਂ ਵਿਆਖਿਆ ਕਰ ਰਿਹਾ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਹੁਣ ਐਸਾ ਨਹੀਂ ਕਿ ਉਹਨਾਂ ਦੇ ਜੀਵਨ ਵਿੱਚ ਸੁੱਖ ਦੇ ਕਾਰਨ ਨਹੀਂ ਬਣਦੇ। ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਨੇ, ਐਸਾ ਨਹੀਂ ਕਿ ਉਹਨਾਂ ਦੀ ਲਾਈਫ ਵਿੱਚ ਐਸੇ ਰੀਜ਼ਨ ਜਾਂ ਐਸੇ ਕਾਰਨ ਜਾਂ ਐਸਾ ਐਨਵਾਇਰਮੈਂਟ ਜਾਂ ਐਸਾ ਮਾਹੌਲ ਨਹੀਂ ਆਉਂਦਾ ਹੈ, ਪਰ ਉਹ ਸਾਡੇ ਵਾਂਗ ਉਛਲਦੇ ਨੇ। ਉਹਨਾਂ ਨੂੰ ਉਹਦੇ ਵਿੱਚ ਐਡਜਸਟਮੈਂਟ ਕਰਨ ਦੀ ਜਾਚ ਹੈ, ਸਾਨੂੰ ਜਾਚ ਨਹੀਂ। ਨਾ ਸੁੱਖ ਵਿੱਚ, ਨਾ ਦੁੱਖ ਵਿੱਚ, ਨਾ ਉਸਤਤ ਵਿੱਚ, ਨਾ ਨਿੰਦਾ ਵਿੱਚ, ਨਾ ਚੰਗੇ ਵਿੱਚ, ਨਾ ਬੁਰੇ ਵਿੱਚ। ਜਦੋਂ ਬਹੁਤ ਹੈ ਉਦੋਂ ਸਾਡਾ ਐਟੀਟਿਊਡ ਹੋਰ ਹੈ, ਜਦੋਂ ਘਾਟਾ ਪੈ ਜਾਏ ਉਦੋਂ ਐਟੀਟਿਊਡ ਹੋਰ ਹੈ। ਮਰਨ ਹੋ ਜਾਂਦਾ ਹੈ। ਦੋਵਾਂ ਹਾਲਤਾਂ ਵਿੱਚ ਅਸੀਂ ਉਹ ਇਨਸਾਨ ਹੀ ਨਹੀਂ ਹੁੰਦੇ ਜਿਹੜੇ ਸਾਨੂੰ ਕਿਸੇ ਨੇ ਪਹਿਲਾਂ ਵੇਖਿਆ ਹੈ, ਹੁਣ ਉਹ ਸਾਨੂੰ ਵੇਖੇਗਾ ਤਾਂ ਬਿਲਕੁਲ ਅਸੀਂ ਬਦਲੇ ਹੋਏ ਨਜ਼ਰ ਆਵਾਂਗੇ। ਅਸੀਂ ਕੁਝ ਹੋਰ ਤਰੀਕੇ ਨਾਲ ਜੀਂਦੇ। ਹਵਾ ਦੇ ਪੱਤੇ, ਹਵਾ ਦੇ ਰੁੱਖ ਨਾਲ ਜਿਵੇਂ ਪੱਤਾ ਉੱਡਦਾ ਨਾ, ਜਿੱਧਰ ਨੂੰ ਹਵਾ ਦਾ ਝੋਂਕਾ ਲੈ ਜਾਏ, ਹਵਾ ਦਾ ਰੁੱਖ ਜਿੱਧਰ ਨੂੰ ਲੈ ਜਾਏ ਅਸੀਂ ਉੱਧਰ ਨੂੰ ਹੋ ਤੁਰਦੇ। ਆਪਣੇ ਅੰਦਰ ਕੋਈ ਐਸਾ ਠਹਿਰਾਓ ਤੇ ਟਿਕਾਓ ਨਹੀਂ, ਆਪਣਾ ਮਨ ਕੋਈ ਇੰਨਾ ਸਟੇਬਲ ਨਹੀਂ ਰੱਖਿਆ
ਕਿਉਂਕਿ ਇਹਦੇ ਲਈ ਬੜੀ ਲੰਮੀ ਘਾਲਣਾ ਦੀ ਲੋੜ ਸੀ, ਇਹਦੇ ਲਈ ਬਹੁਤ ਮਸ਼ੱਕਤ ਦੀ ਲੋੜ ਸੀ, ਆਪਣੇ ਆਪ ਨੂੰ ਅੰਦਰੋਂ ਡਿਵੈਲਪ ਕਰਨ ਦੀ ਲੋੜ ਸੀ। ਉਹ ਇੰਨਾ ਸਮਾਂ ਬੰਦਾ ਆਪਣੇ ਮਨ ਨੂੰ ਕਿੱਥੇ ਦਿੰਦਾ? ਇਹਨਾਂ ਚੀਜ਼ਾਂ ਨੂੰ ਤਾਂ ਅਸੀਂ ਲਾਈਫ ਸਮਝਿਆ ਹੀ ਨਹੀਂ। ਪਰ ਜਿਨ੍ਹਾਂ ਨੂੰ ਅਸੀਂ ਭਗਤ ਕਹਿੰਦੇ ਹਾਂ, ਭਗਤ ਮਤਲਬ ਉਹ ਆਈਡੀਅਲ ਲਾਈਫ, ਉਹ ਸਾਡੇ ਸਾਹਮਣੇ ਆਦਰਸ਼ਕ ਜੀਵਨ ਹੈ, ਜਿਹੜੇ ਇਸ ਸਹਿਜ ਦੇ ਜੀਵਨ ਦੇ ਮਾਲਕ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਇਹ ਅਵਸਥਾ ਹੈ, ਜਿਹੜੇ ਇਸ ਜੀਵਨ ਨੂੰ ਹੰਢਾਉਂਦੇ ਨੇ, ਮਾਣਦੇ ਨੇ। ਉਹ ਐਸੇ ਵਿਗਾਸ ਤੇ ਆਨੰਦ ਵਿੱਚ ਰਹਿੰਦੇ ਨੇ, ਉਹਨਾਂ ਸਾਹਮਣੇ ਕੋਈ ਵੀ ਚੀਜ਼ ਇੰਨੀ ਮਾਇਨੇ ਨਹੀਂ ਰੱਖਦੀ ਜਿੰਨਾ ਉਹਨਾਂ ਦੀ ਇਹ ਮਨੋ ਅਵਸਥਾ ਉਹਨਾਂ ਦੇ ਲਈ ਮਾਇਨੇ ਰੱਖਦੀ। ਅਸੀਂ ਵੇਖਦੇ ਹਾਂ, ਵੇਖੋ ਭਗਤ ਨੂੰ ਦੁੱਖ ਦਿੱਤਾ, ਵੇਖੋ ਭਗਤ ਦੀ ਨਿੰਦਾ ਹੋਈ, ਵੇਖੋ ਭਗਤ ਦੀ ਕਿਸੇ ਬੇਅਦਬੀ ਕੀਤੀ, ਪਰ ਉਹ ਤਾਂ ਇਹਨਾਂ ਚੀਜ਼ਾਂ ਤੋਂ ਬਹੁਤ ਉੱਪਰ ਨੇ। ਇਹ ਖੇਡਾਂ ਸਾਡੇ ਪੱਧਰ ਦੀਆਂ, ਜਿੰਨੀਆਂ ਖੇਡਾਂ ਅਸੀਂ ਖੇਡਦੇ ਹਾਂ ਨਾ, ਉਸਤਤ ਦੀ, ਨਿੰਦਾ ਦੀ, ਤਕਲੀਫ ਦੇਣ ਦੀ, ਸਹੂਲਤ ਦੇਣ ਦੀ, ਇਹ ਸਾਰੀਆਂ ਖੇਡਾਂ ਸਾਡੇ ਪੱਧਰ ਦੀਆਂ। ਉਹ ਇਸ ਖੇਡ ਤੋਂ ਹੀ ਪਰੇ ਨੇ, ਉਹ ਤੇ ਦੇਖ ਰਹੇ ਨੇ ਸਾਡੀ ਖੇਡ ਦਰਸ਼ਕ ਬਣ ਕੇ ਵੀ ਕਰਦੇ ਕੀ ਨੇ, ਇਹਨਾਂ ਨਾਲ ਵਾਪਰ ਕੀ ਰਿਹਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਇਹੀ ਭਾਵ ਇਸ ਸ਼ਬਦ ਵਿੱਚ ਬਿਆਨ ਕੀਤਾ ਹੈ, ਸਹਿਜ ਟਿਕਾਊ। ਇਹਦੇ ਲਈ ਦੋ ਸ਼ਬਦ ਬੜੇ ਮਾਇਨੇ ਯੋਗ ਨੇ ਜਿਹੜੇ ਬਾਣੀ ਵਿੱਚ ਵਰਤੇ। ਇੱਕ ਤਾਂ ਹੈ ਪੂਰਨ ਖਿੜਾਓ ਤੇ ਆਨੰਦ, ਜਿਸ ਨੂੰ ਆਪਾਂ ਪੜ੍ਹਦੇ ਨਾ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ, ਆਨੰਦ ਭਇਆ ਮੇਰੀ ਮਾਏ, ਆਨੰਦ ਸੁਣੋ ਵਡ ਭਾਗੀਓ, ਆਨੰਦ ਗੁਰੂ ਤੇ ਜਾਣਿਆ। ਆਮ ਅਸੀਂ ਸਧਾਰਨ ਜੀਵ ਜਿਹੜੇ ਆ ਦੁੱਖ ਸੁੱਖ ਦੀ ਪ੍ਰਵਿਰਤੀ 'ਚ ਜੀਂਦੇ। ਆਨੰਦ ਜਿਹੜੀ ਇਹਨਾਂ ਦੁੱਖ ਸੁੱਖ ਨੂੰ ਜਿਹੜੀ ਸਟੇਬਲ ਰੱਖ, ਦੋਵਾਂ ਹਾਲਤਾਂ ਵਿੱਚ ਜਿਹੜੀ ਮਨੋ ਅਵਸਥਾ ਜਿਹੜੀ ਸਟੇਬਲ ਹੈ, ਟਿਕੀ ਹੋਈ, ਉਹਦਾ ਨਾਮ ਆਨੰਦ ਹੈ। ਆਪਾਂ ਨੂੰ ਜਦੋਂ ਕੋਈ ਮੰਨ ਲਓ ਕੋਈ ਮਹਿੰਗੀ ਵਸਤੂ ਮਿਲ ਜਾਏ ਤੇ ਆਪਾਂ ਕਹਿੰਦੇ ਵੀ ਆਨੰਦ ਆ। ਆਨੰਦ ਨਹੀਂ ਹੈ ਉਹ ਸੁੱਖ ਹੈ ਜਿਹੜਾ ਵਕਤੀ, ਜਿਹਦੀ ਇੱਕ ਲਿਮਟ ਸੀ, ਇੱਕ ਹੱਦ ਸੀ, ਉਹਨੇ ਇੱਕ ਟਾਈਮ ਨਾਲ ਤੁਹਾਡੇ ਨਾਲ ਚੱਲਣਾ ਸੀ ਤੇ ਫਿਰ ਉਹਨੇ ਪਾਸੇ ਹੋ ਜਾ, ਤੁਹਾਨੂੰ ਇਕੱਲਿਆਂ ਛੱਡ ਕੇ। ਆਨੰਦ ਉਹ ਮਨੋ ਅਵਸਥਾ, ਪੂਰਨ ਖਿੜਾਓ ਦੀ ਅਵਸਥਾ ਹੈ, ਜਿਹਨੇ ਤੁਹਾਡਾ ਸਾਥ ਨਹੀਂ ਛੱਡਣਾ, ਉਹਨੇ ਤੁਹਾਡੇ ਨਾਲ ਹੰਡਣਾ ਹੈ, ਤੁਹਾਡੇ ਨਾਲ ਹੀ ਨਾਲ ਰਹਿਣਾ ਉਹਨੇ। ਇਸ ਕਰਕੇ ਉਹ ਵਕਤੀ ਨਹੀਂ ਹੈ, ਉਹਨੂੰ ਅਨਹੱਦ ਵੀ ਕਹੇ, ਅਨਹੱਤਾ ਸ਼ਬਦ ਵੀ ਕਹੇ, ਨਾ ਉਹਦੀ ਕੋਈ ਲਿਮਟ ਹੈ ਤੇ ਨਾ ਉਹ ਖਤਮ ਹੁੰਦੀ। ਇਸ ਵਾਸਤੇ ਗਰੀਬ ਨਵਾਜ਼ ਫਰਮਾਉਂਦੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਕਹਿੰਦੇ ਨੇ ਸਹਿਜ ਵਾਲੀ, ਟਿਕਾਓ ਵਾਲੀ ਜਿਹੜੀ ਅਵਸਥਾ ਹੈ ਨਾ ਮਨ ਦੀ, ਸੁਰਤ ਦੀ, ਉਹਦੀ ਕਥਾ, ਉਹਦੀ ਐਕਸਪਲੇਨੇਸ਼ਨ ਹੋ ਹੀ ਨਹੀਂ ਸਕਦੀ। ਜਦੋਂ ਅਕਥ ਕਥਾ ਆ ਜਾਏ, ਕਥਾ ਦਾ ਮਤਲਬ ਹੁੰਦਾ ਹੈ ਕਥਨ ਕਰਨਾ, ਐਕਸਪਲੇਨ ਕਰਨਾ, ਤੇ ਜਦੋਂ ਉਹਦੇ ਨਾਲ ਪਹਿਲਾ ਸ਼ਬਦ ਆ ਜਾਏ ਅਕਥ, ਇਹਦਾ ਮਤਲਬ ਹੈ ਜੋ ਐਕਸਪਲੇਨ ਨਹੀਂ ਹੋ ਸਕਦਾ, ਜਿਸ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਜਾਏ ਪਰ ਉਹ ਮੁਕੰਮਲ ਰੂਪ ਵਿੱਚ ਐਕਸਪਲੇਨ ਨਾ ਹੋ ਸਕੇ। ਜੇ ਹਉ ਜਾਣਾ, ਉਹਨੂੰ ਜਾਣਿਆ ਜਾ ਸਕਦਾ। ਜੇ ਹਉ ਜਾਣਾ, ਜੇ ਮੈਂ ਜਾਣ ਵੀ ਲਵਾਂ, ਆਖਾਂ ਨਹੀਂ, ਤਾਂ ਵੀ ਆਖਣ ਦੀ ਸਮਰੱਥਾ ਮੇਰੇ ਵਿੱਚ ਨਹੀਂ ਵੀ ਮੈਂ ਉਹਨੂੰ ਕਹਿ ਦਿਆਂ, ਕਿੰਨਾ ਸ਼ਬਦਾਂ ਨਾਲ ਕਵਾਂ। ਕਹਿਣਾ ਕਥਨ ਨਾ ਜਾਏ, ਨਾ ਕਿਹਾ ਜਾ ਸਕਦਾ ਤੇ ਨਾ ਹੀ ਕੋਈ ਐਕਸਪਲੇਨੇਸ਼ਨ ਇਹੋ ਜਿਹੀ ਜਿਹੜੀ ਉਹਨੂੰ ਮੁਕੰਮਲ ਰੂਪ ਵਿੱਚ ਕਵੇ ਤੇ ਸੁਣਨ ਵਾਲਾ ਸੁਣ ਕੇ ਹੀ ਸਮਝ ਜਾਏ। ਇਸ਼ਾਰਾ ਤੇ ਦਿੱਤਾ ਜਾ ਸਕਦਾ, ਕਿਸੇ ਮਨੁੱਖ ਨੂੰ ਉਸ ਪਾਸੇ ਵੱਲ ਐਕਸਾਈਟਡ ਕੀਤਾ ਜਾ ਸਕਦਾ ਵੀ ਕੁਝ ਐਸਾ ਹੈ। ਪਰ ਕਹਿੰਦੇ ਜੇ ਤੁਸੀਂ ਮੁਕੰਮਲ ਰੂਪ 'ਚ ਮੈਨੂੰ ਆਖੋ ਨਾ ਵੀ ਜੋ ਤੁਸੀਂ ਜੀਨੇ ਉਹਨੂੰ ਮੁਕੰਮਲ ਰੂਪ 'ਚ ਬਿਆਨ ਕਰਕੇ ਦੱਸ ਦਿਓ, ਤਾਂ ਕਿ ਅਸੀਂ ਉਸ ਅਵਸਥਾ ਦਾ ਸਵਾਦ ਤੁਹਾਡੇ ਕੋਲੋਂ ਸੁਣ ਕੇ ਹੀ ਲੈ ਲਈਏ, ਕਹਿੰਦੇ ਪੋਸੀਬਲ ਨਹੀਂ। ਇਹ ਤਾਂ ਜਿਹੜਾ ਮਾਣੇਗਾ, ਉਹ ਜੀਵੇਗਾ, ਉਹੀ ਇਸ ਦਾ ਆਨੰਦ ਲਾਹਾ ਪ੍ਰਾਪਤ ਕਰੇਗਾ। ਜਿਵੇਂ ਕਿਸੇ ਬਗੀਚੇ 'ਚ ਫੁੱਲ ਖਿੜਿਆ ਹੋਇਆ ਨਾ, ਦੂਰ ਖੜੇ ਬੰਦੇ ਨੂੰ, ਜਿਹੜਾ ਥੋੜਾ ਉਹਦੀ ਰੇਂਜ ਤੋਂ ਦੂਰ, ਜਿੱਥੋਂ ਤੱਕ ਉਹਦੀ ਸੁਗੰਧੀ ਨਹੀਂ ਜਾਂਦੀ, ਉਸ ਫੁੱਲ ਨੂੰ ਵੇਖ ਸਕਦਾ ਹੈ।
ਤੇ ਜਿਹੜਾ ਬਿਲਕੁਲ ਕੋਲ ਖੜਾ ਹੈ ਉਹਨੂੰ ਜਦੋਂ ਸੁਗੰਧੀ ਆ ਰਹੀ ਹੈ ਨਾ ਉਹਦੀ, ਉਹ ਕਹੇਗਾ ਵੀ ਇਸ ਫੁੱਲ 'ਚ ਬੜੀ ਪਿਆਰੀ ਸੁਗੰਧੀ। ਹੁਣ ਉਹ ਦੂਰ ਖੜਾ ਬੰਦਾ ਆ ਕੇ ਵੀ ਤੂੰ ਐਕਸਪਲੇਨ ਕਰ, ਦੱਸ ਵੀ ਕਿਹੋ ਜਿਹੀ ਤੈਨੂੰ ਕੀ ਫੀਲ ਹੋਇਆ। ਹੁਣ ਉਹ ਜਿਹੜੀ ਫੀਲਿੰਗ ਉਸ ਵੇਲੇ ਉਹਦੀ ਹੈ, ਜਦੋਂ ਉਹਨੇ ਉਸ ਫੁੱਲ ਦੀ ਸੁਗੰਧੀ ਨੂੰ ਮਾਣਿਆ, ਉਸ ਫੀਲਿੰਗ ਨੂੰ ਕਿਵੇਂ ਐਕਸਪਲੇਨ ਕਰੇਗਾ, ਉਹਨੂੰ ਕਿਹੜੇ ਟੇਸਟ ਨਾਲ ਕੰਪੇਅਰ ਕਰੇਗਾ ਵੀ ਇਹਦਾ ਟੇਸਟ ਕਿਹੋ ਜਿਹਾ ਹੈ, ਜਾਂ ਇਸ ਵੇਲੇ ਮੈਨੂੰ ਕੀ ਮਹਿਸੂਸ ਹੋਇਆ। ਉਹਦੇ ਕੋਲ 2-4 ਲਫ਼ਜ਼ ਹੀ ਹੋਣਗੇ। ਉਹ ਲਫ਼ਜ਼ ਵੀ ਉਹਦੀ ਹੈਰਾਨੀ ਨੂੰ ਤੇ ਉਹਦੇ ਅੰਦਰ ਦੇ ਜਿਹੜੀ ਉਸ ਵੇਲੇ ਫੀਲਿੰਗ ਹੈ, ਕੇਵਲ ਉਹਦੀ ਦੱਸ ਪਾਉਣ ਲਈ ਨੇ, ਐਕਸਪਲੇਨੇਸ਼ਨ ਦੇ ਰੂਪ ਵਿੱਚ ਨਹੀਂ ਹਨ। ਇਸ ਵਾਸਤੇ ਗਰੀਬ ਨਵਾਜ ਮਹਾਰਾਜ ਕਹਿੰਦੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜ੍ਹੈ। ਤੁਲ ਦਾ ਮਤਲਬ ਹੁੰਦਾ ਤੋਲਣਾ। ਤੱਕੜੀ ਦੇ ਇੱਕ ਪੱਲੜੇ 'ਚ ਆਪਾਂ ਵੱਟਾ ਪਾ ਲੈਂਦੇ ਹਾਂ, ਤੋਲ, ਤੇ ਦੂਜੇ ਪਾਸੇ ਜਿਹੜੀ ਵਸਤੂ ਉਸ ਚੀਜ਼ ਨਾਲ ਪੈਰਾਲਲ ਤੋਲਣੀ ਹੋਵੇ ਉਹ ਪਾ ਲਈਦੀ। ਕਹਿੰਦੇ ਨੇ ਇਹ ਜਿਹੜਾ ਸਹਿਜ ਦਾ ਜੀਵਨ ਹੈ, ਇਹ ਜਿਹੜੀ ਮਨੋ ਅਵਸਥਾ ਹੈ, ਇਹਨੂੰ ਕਿਸੇ ਚੀਜ਼ ਨਾਲ ਤੋਲਿਆ ਨਹੀਂ ਜਾ ਸਕਦਾ ਵੀ ਮੈਂ ਕੰਪੇਅਰ ਕਿਹੜੀ ਚੀਜ਼ ਨਾਲ ਕਰਾਂ। ਕਿਹੜੀ ਚੀਜ਼ ਹੈ ਐਸੀ ਜਿਹਨੂੰ ਮੈਂ ਇਹਦੇ ਪੈਰਾਲਲ ਰੱਖਾਂ, ਬਰਾਬਰ ਰੱਖਾਂ ਤੇ ਆਖਾਂ ਵੀ ਇਹਦੇ ਨਾਲ ਕੰਪੇਅਰ ਕਰ, ਨਹੀਂ ਹੋ ਸਕਦਾ। ਕੋਈ ਹੋਰ ਹੋਵੇ ਤੇ ਮੈਂ ਕੰਪੇਅਰ ਕਰਾਂ। ਇਸ ਵਾਸਤੇ ਇਹ ਆਪਣੇ ਆਪ ਵਿੱਚ ਹੀ ਇੱਕ ਬੜੀ ਉੱਚੀ ਆਤਮਿਕ ਅਵਸਥਾ ਹੈ। ਕਹਿੰਦੇ ਇਹਨੂੰ ਮੈਂ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦਾ। ਜਿਹੜੀ ਲਾਈਫ, ਜਿਹੜਾ ਜੀਵਨ ਮੈਂ ਜੋ ਅੰਦਰੋਂ ਮੈਂ ਫੀਲ ਕਰ ਰਿਹਾ, ਇਹਨੂੰ ਤੋਲਿਆ ਨਹੀਂ ਜਾ ਸਕਦਾ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ। ਜਾਏ ਦਾ ਮਤਲਬ ਹੁੰਦਾ ਜਾਂਦੀ ਨਹੀਂ, ਖਤਮ ਨਹੀਂ ਹੁੰਦੀ, ਇਹਦੇ ਗਵਾਚਣ ਦਾ ਡਰ ਵੀ ਨਹੀਂ। ਮੁਕਾਤੀ ਮਤਲਬ ਮੁੱਕਦੀ ਵੀ ਨਹੀਂ, ਅਨਲਿਮਟਿਡ ਹੈ, ਇਹਦੀ ਕੋਈ ਲਿਮਟ ਨਹੀਂ ਹੈ ਕਿ ਇੰਨਾ ਸਮਾਂ ਹੀ ਰਹੇਗੀ, ਇੰਨਾ ਸਮਾਂ ਹੀ ਰਹੇਗੀ। ਹਲਕੀ ਲੱਗਾ ਨਾ ਭਾਰੀ। ਕਹਿੰਦੇ ਨਾ ਇੱਕ ਸੰਸਾਰ ਦੀ ਕਿਸੇ ਚੀਜ਼ ਨੂੰ ਜਦੋਂ ਇਹਨੂੰ ਤੋਲਿਆ ਹੀ ਨਹੀਂ ਜਾ ਸਕਦਾ, ਤੇ ਹੌਲੀ ਭਾਰੀ ਦਾ ਤਾਂ ਨਿਰਣਾ ਹੀ ਨਹੀਂ ਨਾ ਹੋ ਸਕਦਾ ਵੀ ਕਿਹੜੀ ਚੀਜ਼ ਨਾਲੋਂ ਭਾਰੀ ਅਵਸਥਾ ਤੇ ਕਿਹੜੀ ਚੀਜ਼ ਨਾਲੋਂ ਹੌਲੀ ਹੈ। ਕਹਿਣ ਲੱਗੇ ਜਦੋਂ ਕੋਈ ਇਹਦੇ ਬਰਾਬਰ ਦੀ ਵਸਤੂ ਹੀ ਨਹੀਂ, ਕੋਈ ਹੋਰ ਐਸਾ ਭਾਵ ਹੀ ਨਹੀਂ, ਤਾਂ ਮੈਂ ਕਿਹਦੇ ਨਾਲ ਇਹਨੂੰ ਤੋਲ ਕੇ ਬਿਆਨ ਕਰਦਿਆਂ, ਐਕਸਪਲੇਨ ਕਰਦਿਆਂ। ਫਿਰ ਕਹਿੰਦੇ ਹਨ, ਤਾਂ ਹੈ ਪਾਵਸ ਸਿੰਧ ਧੂਪ ਨਹੀਂ ਛਈਆ। 4 ਸ਼ਬਦੋਂ ਨੰਬਰ, ਅੱਧੀ ਪੰਕਤੀ 'ਚ 4 ਸ਼ਬਦ। ਪਾਵਸ ਦਾ ਮਤਲਬ ਹੁੰਦਾ ਹੈ ਵਰਖਾ, ਵਰਖਾ ਦਾ ਰਾਜਾ ਹੈ ਇੰਦਰ, ਇੰਦਰ ਲੋਕ। ਸਿੰਧ ਸਮੁੰਦਰ, ਸਮੁੰਦਰ ਦੀ ਗਹਿਰਾਈ ਵਿੱਚ ਕਹਿੰਦੇ ਨੇ ਵਿਸ਼ਨੂੰ ਆਪਣੇ ਸ਼ੇਸ਼ ਨਾਗ ਦੀ ਫਨ ਦੇ ਉੱਤੇ ਸੇਜ ਬਣਾ ਕੇ ਸੌਂਦਾ ਹੈ, ਇਸ ਕਰਕੇ ਉਹਨੂੰ ਵਿਸ਼ਨੂੰ ਲੋਕ ਕਿਹਾ ਜਾਂਦਾ। ਇੰਦਰ ਲੋਕ, ਵਿਸ਼ਨੂੰ ਲੋਕ, ਤਾਂ ਹੈ ਪਾਵਸ ਸਿੰਧ ਧੂਪ, ਧੂਪ ਧੁੱਪ ਦੇਣ ਵਾਲਾ ਸੂਰਜ, ਸੂਰਯ ਲੋਕ, ਜਿਹਦੀ ਪੁਰਾਣਾਂ ਦੀ ਕਥਾ ਦੇ ਵਿੱਚ ਸਭ ਤੋਂ ਵੱਧ ਮਹੱਤਵ ਬਿਆਨ ਕੀਤਾ ਗਿਆ। ਵਿਸ਼ਨੂੰ ਦਾ ਪੁਜਾਰੀ ਚਾਹੁੰਦਾ ਵੀ ਮੈਂ ਵੀ ਆਪਣੇ ਭਗਵਾਨ ਦੇ ਧਾਮ ਵਿਸ਼ਨੂਪੁਰੀ ਵਿੱਚ ਜਾਵਾਂਗਾ। ਇੰਦਰ ਵਰਗੇ ਦੇਵਤਿਆਂ ਦਾ ਉਪਾਸ਼ਕ ਕਹਿੰਦਾ ਮੈਂ ਸਵਰਗ ਜਾਵਾਂਗਾ। ਉਹ ਇੰਦਰਪੁਰੀ ਵਿੱਚ, ਸਵਰਗ ਵਿੱਚ। ਕੋਈ ਸੂਰਜ ਲੋਕ ਪਿੱਤਰਾਂ ਨੂੰ ਪਾਣੀ ਦਿੰਦਾ ਵੀ ਪਿੱਤਰ ਸਾਡੇ ਸੂਰਜ ਲੋਕ ਚਲੇਗਾ। ਤੈਂ ਪਾਵਸ ਸਿੰਧ ਧੂਪ ਨਹੀਂ ਛਈਆ ਛਾਂ, ਚੰਦਰ ਲੋਕ। ਕਹਿੰਦੇ ਨੇ ਉਸ ਮਨੁੱਖ ਦੇ ਅੰਦਰ ਹੋਰ ਕਿਸੇ ਜਗ੍ਹਾ ਦੀ ਕੋਈ ਤਲਬ ਹੀ ਨਹੀਂ ਰਹਿ ਜਾਂਦੀ। ਉਹਨੂੰ ਕੋਈ ਲੱਖ ਕਥਾ ਕਹਾਣੀਆਂ ਸੁਣਾਏ, ਆ ਵਿਸ਼ਨੂੰ ਲੋਕ ਹੈ, ਆ ਇੰਦਰਪੁਰੀ ਹੈ, ਇਹ ਸਵਰਗ ਧਾਮ ਹੈ, ਇਹ ਸੂਰਯ ਲੋਕ ਹੈ, ਇਹ ਚੰਦਰ ਲੋਕ ਹੈ। ਤਾਂ ਉਤਪਤੀ ਕਰਨ ਵਾਲਾ ਜਿਹੜਾ ਤਥਾ ਕਥਿਤ ਮੰਨਿਆ ਦੇਵਤਾ ਹੈ ਬ੍ਰਹਮਪੁਰੀ, ਬ੍ਰਹਮਾ। ਪਰਲੋ ਲਿਆਉਣ ਵਾਲਾ ਤਥਾ ਕਥਿਤ ਦੇਵਤਾ ਸ਼ਿਵਪੁਰੀ। ਕਹਿੰਦੇ ਉਹਦੇ ਲਈ ਸਾਰੇ ਤਥਾ ਜਿੰਨੇ ਵੀ ਭਗਵਾਨ ਬਣਾਏ ਗਏ, ਜਿੰਨੇ ਵੀ ਦੇਵਤਿਆਂ ਤੇ ਉਹਨਾਂ ਦੀਆਂ ਨਗਰੀਆਂ ਨੇ, ਕਹਿੰਦੇ ਨੇ ਉਹਨੂੰ ਇਹਨਾਂ ਸਾਰਿਆਂ ਦੀ ਤਲਬ ਹੀ ਨਹੀਂ ਰਹਿ ਜਾਂਦੀ। ਉਹ ਜਿਸ ਅਵਸਥਾ 'ਚ ਜੀਂਦਾ ਉਹਦੀ ਬਰਾਬਰੀ ਕਿਸੇ ਨਾਲ ਨਹੀਂ ਹੋ ਸਕਦੀ, ਕਿਸੇ ਚੀਜ਼ ਨਾਲ ਵੀ ਬਰਾਬਰੀ ਨਹੀਂ। ਤਾਂ ਉਤਪਤ ਪਰਲੋ ਨਾਹੀਂ। ਫਿਰ ਅੱਗੇ ਫਰਮਾਉਂਦੇ ਨੇ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ। ਜੀਵਨ, ਹੁਣ ਇੱਕ ਤਾਂ ਉਹ ਹੁੰਦਾ ਆਪਾਂ ਵੀ ਸਾਰੇ
ਜੀ ਰਹੇ ਹਾਂ, ਇਸ ਵੇਲੇ ਸਾਹ ਚੱਲ ਰਹੇ ਨੇ, ਪ੍ਰਾਣ ਚੱਲ ਰਹੇ ਨੇ, ਸਰੀਰ ਜਿੰਦ ਹੈ। ਪਰ ਸਾਡੀ ਇੱਕ ਲਾਈਫ ਜਿਹੜੀ ਹੈ ਨਾ, ਸਾਡਾ ਜਿਹੜਾ ਜੀਵਨ, ਅਸੀਂ ਮੰਗਦੇ ਤੇ ਬਹੁਤ ਲੰਮੀ ਜ਼ਿੰਦਗੀ ਆ ਸਾਰੇ, ਪਰ ਇਹ ਡਿਸਾਈਡ ਨਹੀਂ ਕਰ ਪਾਏ ਵੀ ਚਾਹੀਦੀ ਕਿਹੋ ਜਿਹੀ ਆਪਾਂ ਸਾਰੇ। ਇੱਕ ਪਾਸੇ ਅਸੀਂ ਜਦੋਂ ਅਰਦਾਸ ਕਰਦੇ ਹਾਂ ਤੇ ਕਹਿੰਦੇ ਵਾਹਿਗੁਰੂ ਲੰਮੀ ਆਯੂ, ਲੰਮੀ ਉਮਰ, ਤੋਂ ਇੱਕ ਕਾਮਨਾ ਹੁੰਦੀ ਹੈ, ਚੰਗਾ ਲੱਗਦਾ ਇਹ ਸ਼ਬਦ। ਪਰ ਜੇ ਥੋੜ੍ਹਾ ਜਿਹਾ ਪਾਸੇ ਹੋ ਕੇ 10 ਮਿੰਟ ਪਹਿਲਾਂ 10 ਮਿੰਟ ਮਗਰੋਂ ਬੰਦੇ ਨੂੰ ਪੁੱਛੋ, ਕਹਿੰਦਾ ਕੁਝ ਨਹੀਂ ਜੀ, ਬਸ ਜ਼ਿੰਦਗੀ ਨਰਕ ਬਣੀ ਪਈ। ਫਿਰ ਉਹਨੂੰ ਪੁੱਛੋ ਵੀ ਨਰਕ ਕਿਉਂ ਮੰਗਦਾ ਹੈ ਹੋਰ? ਜੇ ਨਰਕ ਬਣੀ ਪਈ ਹੈ ਜ਼ਿੰਦਗੀ, ਤੇ ਹੋਰ ਨਰਕ ਕਾਹਨੂੰ ਮੰਗੀ ਜਾਂਦਾ? ਇੱਕ ਪਾਸੇ ਤੋਂ ਹਰ ਇੱਕ ਚੀਜ਼ ਤੋਂ ਦੁਖੀ ਹੈ, ਐਸੀ ਦੁੱਖ ਭਰੀ ਜ਼ਿੰਦਗੀ ਤੋਂ ਹੋਰ ਮੰਗੀ ਜਾਂਦਾ ਹੈ, ਜਿਵੇਂ ਇੰਨੇ ਲੰਘੇ ਨੇ ਬਾਕੀ ਵੀ ਐਵੇਂ ਹੀ ਲੰਘਣਗੇ। ਸਾਡੇ ਲਈ ਜੀਵਨ ਦਾ ਅਰਥ ਕੀ ਹੈ? ਫਿਜ਼ੀਕਲੀ, ਸਰੀਰਕ ਰੂਪ ਵਿੱਚ ਜ਼ਿੰਦਾ ਰਹਿਣਾ, ਸਾਹ ਚੱਲਦੇ ਰਹਿਣਾ ਸਾਡੇ ਲਈ ਜੀਵਨ। ਪਰ ਚੁੱਕਦੇ ਅਸੀਂ ਬੋਝ ਹਾਂ, ਉਹਨੂੰ ਅਸੀਂ ਪਾਰਟ ਆਫ ਲਾਈਫ ਬਣਾ ਲਿਆ। ਦਵੈਸ਼ ਨੂੰ, ਈਰਖਾ ਨੂੰ, ਕ੍ਰੋਧ ਨੂੰ, ਹੰਕਾਰ ਨੂੰ, ਨਿੰਦਾ ਨੂੰ, ਚੁਗਲੀ ਨੂੰ, ਵਾਸ਼ਨਾ 'ਚ ਗ੍ਰਸਤ ਰਹਿਣ ਨੂੰ, ਬੁਰਾਈ ਭੋਗਣ ਨੂੰ, ਵਿਸ਼ੇ ਵਿਕਾਰ ਮਾਨਣ ਨੂੰ, ਇਹ ਵੀ ਨਾਲ ਅਸੀਂ ਕਿਹਾ ਵੀ ਸਾਹ ਚੱਲਦੇ ਰਹਿਣ ਤੇ ਇਹ ਵੀ ਭਾਰ ਅਸੀਂ ਚੁੱਕ ਕੇ ਤੇ ਸਫ਼ਰ ਕਰਦੇ ਹੀ ਰਹਿਣ। ਅਜਿਹਾ ਓਛਾ ਜੀਵਨ ਉੱਥੇ ਨਹੀਂ ਹੈ। ਉੱਥੇ ਜ਼ਿੰਦਗੀ ਦੇ ਮਾਇਨੇ ਨੇ। ਉੱਥੇ ਇਕੱਲੀ ਸਾਹਾਂ ਦੀ ਡੋਰ ਤੇ ਜ਼ਿੰਦਗੀ ਨਹੀਂ, ਉੱਥੇ ਜੀਵਨ ਦੇ ਹੋਰ ਵੀ ਮਾਇਨੇ ਨੇ ਨਾਲ। ਮਿਰਤ, ਆਤਮਕ ਮੌਤ ਉੱਥੇ ਨਹੀਂ ਹੈ। ਅਸੀਂ ਅੰਦਰੋਂ ਮਰ ਕੇ ਆਪਣੇ ਵਜੂਦ ਦੀ ਲਾਸ਼ ਚੁੱਕਦੇ ਹਾਂ, ਸਰੀਰਕ ਸਾਹ ਹੁੰਦਿਆਂ ਹੋਇਆਂ, ਜਿੰਨਾ ਚਿਰ ਵੀ ਅਸੀਂ ਸਰੀਰਕ ਤੌਰ ਤੇ ਜੀਂਦੇ ਰਹਿੰਦੇ ਹਾਂ। ਕਹਿੰਦੇ ਨੇ ਇਹ ਆਤਮਕ ਮੌਤ ਉਹਨਾਂ ਨੂੰ ਨਹੀਂ ਵਿਆਪਦੀ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੈ, ਉਹਨਾਂ ਨੂੰ ਨਾ ਦੁੱਖ ਵਿਆਪਦਾ ਨਾ ਸੁੱਖ ਵਿਆਪਦਾ, ਭਾਵ ਉਹ ਅੰਦਰੋਂ ਸਟੇਬਲ ਤੇ ਟਿਕੇ ਹੋਏ ਨੇ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹਰ ਪੈ ਨਹੀਂ ਜਾ ਕੇ। ਨਾ ਉਹ ਦੁੱਖ ਵਿੱਚ ਉਲਝ ਕੇ ਡਿਪਰੈਸ਼ਨ ਦੇ ਮਰੀਜ਼ ਬਣਦੇ ਨੇ, ਤੇ ਨਾ ਉਹ ਸੁੱਖ ਵਿੱਚ ਹਉਮੈ ਤੇ ਹੰਕਾਰ ਦੇ ਵੱਲ ਉਲਝਦੇ ਨੇ। ਤੋ ਗਰੀਬ ਨਵਾਜ ਕਹਿੰਦੇ ਨੇ ਸੁਨ ਸਮਾਦ ਦੋ ਤਾਂ ਨਹੀਂ, ਉੱਥੇ ਦੁਬਦਾ ਕਨਫਿਊਜ਼ਨ ਕੋਈ ਦੋ ਦਵੈਤ ਨਹੀਂ ਹੈ, ਉੱਥੇ ਇੱਕੋ ਹੀ ਚੀਜ਼ ਹੈ, ਸੁਨ ਸਮਾਦ। ਇਹਦਾ ਸੁਨ ਸਮਾਦ ਦਾ ਅਰਥ ਹੈ ਵਿਸ਼ੇ ਵਿਕਾਰਾਂ ਦਾ ਅਭਾਵ, ਨੈਗੇਟਿਵਿਟੀ ਹੈ ਹੀ ਨਹੀਂ ਅੰਦਰ, ਨਾ ਸੁੱਖ ਨੂੰ ਲੈ ਕੇ, ਨਾ ਦੁੱਖ ਨੂੰ ਲੈ ਕੇ, ਨਾ ਉਸਤਤ ਨੂੰ ਲੈ ਕੇ, ਨਾ ਨਿੰਦਾ ਨੂੰ ਲੈ ਕੇ। ਨੈਗੇਟਿਵਿਟੀ ਹੈ ਹੀ ਨਹੀਂ। ਉਹ ਚੀਜ਼ ਦਾ ਖਾਤਮਾ ਹੋ ਗਿਆ। ਮਨ ਅਫੁਰ ਅਵਸਥਾ 'ਚ ਹੈ, ਜਿੱਥੇ ਕੋਈ ਬੁਰਾ ਖਿਆਲ, ਕੋਈ ਬੁਰੀ ਧਾਰਨਾ ਹੀ ਤੁਹਾਡੇ ਅੰਦਰ, ਨੈਗੇਟਿਵਿਟੀ ਪੈਦਾ ਹੀ ਨਹੀਂ ਹੁੰਦੀ, ਉਹਦੀ ਪ੍ਰੋਡਕਸ਼ਨ ਹੀ ਖਤਮ ਹੋ ਗਈ। ਫਿਰ ਅੱਗੇ ਫਰਮਾਉਂਦੇ ਨੇ ਅਰਧ ਉਰਦ ਦੋ ਤੈ ਨਾਹੀ। ਅਰਧ ਦਾ ਮਤਲਬ ਹੈ ਨੀਵਾਂ, ਉਰਦ ਉੱਚਾ, ਭਾਵ ਉੱਚਾ ਨੀਵਾਂ ਕੋਈ ਦਰਜਾ। ਉਹਨਾਂ ਨੂੰ ਕੋਈ ਕਿਸੇ ਨਾਲ ਭੇਦ ਭਾਵ ਨਹੀਂ ਰਹਿ ਜਾਂਦਾ ਵੀ ਆਹ ਬੰਦਾ ਉੱਚਾ ਹੈ, ਆਹ ਨੀਵਾਂ। ਕੋਈ ਅਹੁਦੇ ਕਰਕੇ ਉੱਚਾ ਨੀਵਾਂ, ਕੋਈ ਜਾਤੀ ਕਰਕੇ ਉੱਚਾ ਨੀਵਾਂ, ਕੋਈ ਬਰਾਦਰੀ ਕਰਕੇ ਉੱਚਾ ਨੀਵਾਂ, ਕੋਈ ਮਾਇਆ ਕਰਕੇ ਉੱਚਾ ਨੀਵਾਂ, ਕੋਈ ਰੁਤਬੇ ਕਰਕੇ। ਉਹ ਇਸ ਊਚ ਨੀਚ ਦੇ ਭੇਦ ਭਾਵ ਤੋਂ ਹੀ ਉੱਪਰ ਉੱਠ ਜਾਂਦਾ। ਉਹ ਕਹਿੰਦੇ ਨੇ ਸਾਰੀਆਂ ਹਉਮੈ ਦੀਆਂ ਖੇਡਾਂ ਨੇ। ਜਿੱਥੇ ਤੁਸੀਂ ਆਪਣੀ ਈਗੋ ਨੂੰ ਵੱਡਿਆਂ ਕਰਨਾ ਹੋਵੇ, ਉੱਥੇ ਦੂਜੇ ਨੂੰ ਤੁਸੀਂ ਛੋਟਿਆਂ ਕਰ ਲੈਂਦੇ ਹੋ। ਤੇ ਜਿੱਥੇ ਤੁਹਾਨੂੰ ਲੱਗੇ ਵੀ ਮੇਰੀ ਈਗੋ ਦੀ ਪੇਸ਼ ਨਹੀਂ ਚੱਲਦੀ, ਉੱਥੇ ਤੁਸੀਂ ਅਗਲੇ ਦੇ ਕਦਮੀ ਪੈ ਜਾਂਦੇ ਹੋ ਤੇ ਨੀਵੇਂ ਹੋਣ ਦਾ ਢੋਂਗ ਰਚਦੇ ਹੋ। ਬੇਸਿਕਲੀ ਉਦੋਂ ਤੁਸੀਂ ਸਵਾਰਥੀ ਹੁੰਦੇ ਹੋ। ਫਿਰ ਉਦਾਹਰਣ ਦੇਣਾ, ਹਮਾਤੜ ਬੰਦਾ ਹੈ ਸਾਡੇ ਸਾਹਮਣੇ, ਤੇ ਉੱਥੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ। ਉਹਦੇ ਨਾਲ ਐਵੇਂ ਟਰੀਟ ਕਰਦੇ ਹਾਂ, ਇਵੇਂ ਵਿਹਾਰ ਕਰਦੇ ਹਾਂ ਜਿਵੇਂ ਸਾਰੀ ਦੁਨੀਆ ਦੇ ਮਾਲਕ ਅਸੀਂ ਹੋਈਏ। ਤੇ ਸਾਡੇ ਤੋਂ ਤਕੜਾ ਸਾਡੇ ਸਾਹਮਣੇ ਆ ਜਾਏ ਤੇ ਉੱਥੇ ਗਊ ਬਣ ਜਾਂਦੇ ਹਾਂ। ਉੱਥੇ ਐਵੇਂ ਵਿਹਾਰ ਕਰਦੇ ਜੀ ਅਸੀਂ ਤਾਂ ਦੁਨੀਆ ਦੇ ਸਭ ਤੋਂ ਲਾਚਾਰ ਆਦਮੀ। ਇਹ ਢੋਂਗ ਹੀ ਹੈ। ਤੁਸੀਂ ਜੋ ਹੋ ਬਣ ਕੇ ਰਹੋ। ਇਹ ਥੋੜ੍ਹਾ ਵੀ ਜੇ ਤੁਹਾਡੀ ਕੋਈ ਝੱਲਣ ਲੱਗ ਪਿਆ ਤੇ ਉਹਦੇ ਤੇ ਭਾਰ ਲੱਦੀ ਤੁਰੇ ਜਾਓ, ਤੇ ਜੇ ਕੋਈ ਅਗਲੋਂ ਤਗੜਾ ਟੱਕਰ ਪਏ ਤੇ ਉੱਥੇ ਗਊ ਬਣ ਜਾਓ। ਜੋ ਹੋ ਬਣ ਕੇ ਰਹੋ, ਬਰਾਬਰ ਵਿਹਾਰ ਕਰੋ, ਆਪਣੇ ਆਪ ਵਿੱਚ ਰਹੋ,
ਤਾਂ ਕਿ ਸਾਨੂੰ ਸਥਿਤੀ ਮੁਤਾਬਕ ਬਦਲਣਾ ਨਾ ਪਵੇ। ਤੁਸੀਂ ਜੋ ਹੋ ਉਹ ਉਸੇ ਨੂੰ ਅਸੈਪਟ ਕਰੋ ਵੀ ਮੈਂ ਇੰਨੇ ਕੁ ਜੋਗਾ ਤੇ ਮੈਂ ਹੀ ਭਾਈ। ਜੇ ਤੂੰ ਮੇਰੇ ਤੋਂ ਪਛੜਿਆ ਹੋਇਆ, ਮੈਂ ਤੇਰੇ ਨਾਲ ਮਾੜਾ ਵਿਹਾਰ ਨਹੀਂ ਕਰਾਂਗਾ, ਤੂੰ ਵੀ ਮੇਰੇ ਵਰਗਾ ਹੀ ਹੈ, ਮੈਂ ਵੀ ਕਈਆਂ ਤੋਂ ਪਛੜਿਆ ਹੋਇਆ। ਜੇ ਤੂੰ ਮੇਰੇ ਤੋਂ ਤਕੜਾ ਹੈ ਭਾਈ ਤੇ ਤੂੰ ਆਪਣੇ ਘਰ ਹੋਏਗਾ, ਮੈਂ ਤੇਰੇ ਕਦਮੀ ਪੈਣ ਵਾਲਾ ਨਹੀਂ। ਇਹ ਜਿਹੜੀ ਚੀਜ਼ ਹੈ ਇਹਨੂੰ ਕਹਿੰਦੇ ਨੇ ਸਟੇਬਲ ਰਹਿਣਾ, ਟਿਕਾਊ 'ਚ ਰਹਿਣਾ। ਤੋ ਸਾਡਾ ਦੋਨਾਂ ਪੱਖਾਂ 'ਚ ਜਦੋਂ ਵਿਹਾਰ ਬਰਾਬਰ ਹੋ ਜਾਏ, ਜਦੋਂ ਅਸੀਂ ਆਪਣੇ ਆਪ ਨੂੰ ਅਸੈਪਟ ਕਰ ਲਈ ਵੀ ਮੈਂ ਜਿੰਨੇ ਜੋਗਾ ਮੈਂ ਇੱਥੇ ਹੀ ਰਵਾਂਗਾ, ਮੈਂ ਨਾ ਇਹਦੇ ਨਾਲ ਮਾੜਾ ਵਿਹਾਰ ਕਰਦਾ ਨਾ ਉਹਦੇ ਨਾਲ ਦਵੈਸ਼ ਕਰਦਾ, ਉਹ ਆਪਣੀ ਜਗ੍ਹਾ ਤੇ ਹੈ, ਆਪਣੀ ਜਗ੍ਹਾ ਤੇ। ਮੁਸ਼ਕਲ ਕੀ ਹੈ? ਪਰ ਜਦੋਂ ਸਾਡੇ ਤੋਂ ਮਾਤੜ ਸਾਡੇ ਸਾਹਮਣੇ ਹੁੰਦਾ ਉਦੋਂ ਅਸੀਂ ਹੋਰ ਤਰ੍ਹਾਂ ਦੇ ਹੁੰਦੇ, ਜਦੋਂ ਸਾਡੇ ਤੋਂ ਤਕੜਾ ਸਾਡੇ ਸਾਹਮਣੇ ਹੁੰਦਾ ਉਦੋਂ ਅਸੀਂ ਹੋਰ ਤਰ੍ਹਾਂ ਦੇ ਹੁੰਦੇ। ਇਸ ਕਰਕੇ ਇਹ ਜਿਹੜਾ ਇਹਨੂੰ ਅਸੀਂ ਢੋਂਗ ਹੀ ਕਹਿ ਸਕਦੇ ਹਾਂ ਵੀ ਜਿਹੜਾ ਅਸੀਂ ਦੋ ਥਾਈਂ ਕਰਦੇ ਹਾਂ। ਗਰੀਬ ਨਵਾਜ਼ ਨੂੰ ਕਹਿੰਦੇ ਨੇ ਵੀ ਇਹ ਭੇਦਭਾਵ ਉਹਨਾਂ ਦੀ ਜ਼ਿੰਦਗੀ 'ਚ ਨਹੀਂ ਹੁੰਦਾ। ਅਰ ਦੁਰਦ ਦੋ ਤੈ ਨਾਹੀ, ਰਾਤ ਦਿਨਸ ਤਹਿ ਨਾਹੀ। ਨਾ ਉਹਨਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੁੰਦਾ ਹੈ, ਜਿਵੇਂ ਰਾਤ ਪੈਂਦੀ ਹੈ ਨਾ ਹਨੇਰਾ ਹੋ ਜਾਂਦਾ, ਉਹਨਾਂ ਦੇ ਅੰਦਰ ਕੋਈ ਹਨੇਰਾ ਨਹੀਂ, ਅਗਿਆਨਤਾ ਨਹੀਂ। ਦਿਨ ਜਿਵੇਂ ਸੂਰਜ ਚੜ੍ਹਦਾ ਹੈ, ਉਦੈ ਹੋ ਜਾਂਦਾ ਹੈ, ਤੇ ਫਿਰ ਉਹ ਸੂਰਜ ਨੇ ਅਸਤ ਹੋਣਾ ਹੁੰਦਾ ਹੈ ਅਖੀਰ, ਉਹਦਾ ਇੱਕ ਟਾਈਮ ਹੈ ਧਰਤੀ ਦੇ ਚੱਕਰ ਮੁਤਾਬਕ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਵਕਤੀ ਪ੍ਰਭਾਵ। ਮੰਨ ਲਓ ਸਾਨੂੰ ਕੋਈ ਗਿਆਨ ਦੀ ਗੱਲ ਸੁਣੀ ਤਾਂ ਉਹਦਾ ਵਕਤੀ ਪ੍ਰਭਾਵ ਦਾ ਢੰਡੋਰਾ ਪਿੱਟਿਆ, ਸਮਾਂ ਲੰਘ ਗਿਆ ਤੇ ਛੱਡ ਦਿੱਤੀ। ਐਸੀ ਭਟਕਣ ਵਾਲੀ ਅਵਸਥਾ ਉਹਨਾਂ 'ਚ ਨਹੀਂ ਹੁੰਦੀ। ਕਹਿੰਦੇ ਨੇ ਜਲ ਨਹੀਂ ਪਵਨ ਪਾਵਕ ਫੁਨ ਨਾਹੀ। ਜਲ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਹੁੰਦਾ, ਲੋਭ ਦੀਆਂ ਛੱਲਾਂ ਉਹਨਾਂ ਦੇ ਜੀਵਨ 'ਚ ਨਹੀਂ ਉੱਠਦੀਆਂ, ਲੋਭ ਲੈ ਰਤ ਨੀਜਰ ਬਾਜੈ। ਪਵਨ ਹਵਾ ਵਗਦੀ ਹੈ, ਉਹਨਾਂ ਦੇ ਅੰਦਰ ਵਾਸ਼ਨਾ ਜ਼ੋਰ ਨਹੀਂ ਪਾਉਂਦੀ, ਮਨ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਵੇਖ ਕੇ ਭਟਕਦਾ ਨਹੀਂ। ਅਸੀਂ ਉਹਨਾਂ ਚਿਰ ਇਮਾਨਦਾਰ ਹੁੰਦੇ ਹਾਂ ਜਿੰਨਾ ਚਿਰ ਸਾਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਦਾ। ਸਾਨੂੰ ਕੋਈ ਮੌਕਾ ਦੇ ਕੇ ਵੇਖੇ, ਫਿਰ ਸਾਨੂੰ ਪਰਖ ਲਵੇ, ਫਿਰ ਅਸੀਂ ਕੀ ਹੋਵਾਂਗੇ। ਉਹ ਜਿਹੜੀ ਚੀਜ਼ ਹੈ ਉਹਨਾਂ ਦੇ ਅੰਦਰ ਭਾਵੇਂ ਮੌਕਾ ਉਹਨਾਂ ਕੋਲ ਹੋਵੇ ਵੀ, ਸੰਭਾਵਨਾ ਪੋਸੀਬਿਲਿਟੀ ਹੋਵੇ, ਨਹੀਂ ਕਰਨਗੇ। ਜਦੋਂ ਅੰਦਰ ਹੀ ਨਹੀਂ ਹੈ ਉਹ ਚੀਜ਼, ਉਹ ਅੰਦਰ ਖਿਆਲ ਹੀ ਨਹੀਂ ਹੈ। ਹਵਾ ਦੇ ਝੋਲਿਆਂ ਨਾਲ ਨਹੀਂ ਤੁਰਦੇ ਹੋ, ਹਵਾ ਦੇ ਝੌਂਕਿਆਂ ਵਾਂਗ, ਪੱਤਿਆਂ ਵਾਂਗ ਹਵਾ ਦੇ ਝੌਂਕਿਆਂ ਦੇ ਅੱਗੇ ਉੱਡਦੇ ਨਹੀਂ। ਫਿਰ ਅੱਗੇ ਸ਼ਬਦ ਵਰਤਿਆ ਪਾਵਕ। ਪਾਵਕ ਅੱਗ ਨੂੰ ਕਹਿੰਦੇ, ਉਹਨਾਂ ਦੇ ਅੰਦਰ ਨਾ ਤ੍ਰਿਸ਼ਨਾ ਦੀ ਅੱਗ ਬਲਦੀ ਹੈ। ਕਿਉਂ ਹੈ ਉਹਨਾਂ ਦੀ ਐਸੀ ਅਵਸਥਾ? ਕਹਿੰਦੇ ਸਤਿਗੁਰ ਤਹਾਂ ਸਮਾਹੀ, ਕਿਉਂਕਿ ਉਹਨਾਂ ਦੇ ਅੰਦਰ ਕੇਵਲ ਸੱਚਾ ਸਾਹਿਬ ਆਪ ਵਸਦਾ ਹੈ। ਕੇਵਲ ਉਹ ਵਾਹਿਗੁਰੂ ਵਿੱਚ ਹੀ ਅਭੇਦ ਰਹਿੰਦੇ ਨੇ, ਕੇਵਲ ਉਹ ਪਰਮੇਸ਼ਰ ਦੇ ਵਿੱਚ ਹੀ ਇੱਕ ਸੁਰ ਨੇ। ਫਿਰ ਫਰਮਾਇਆ ਅਗੰਮ ਅਗੋਚਰ ਰਹਿ ਨਿਰੰਤਰ। ਅਗੰਮ ਜਿੱਥੋਂ ਤੱਕ ਬੁੱਧੀ ਦੀ ਪਹੁੰਚ ਨਹੀਂ ਹੈ, ਅਗੋਚਰ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਐਸਾ ਪਰਮੇਸ਼ਰ ਜੋ ਅਗੰਮ ਵੀ ਹੈ, ਅਗੋਚਰ ਵੀ ਹੈ, ਰਹਿ ਨਿਰੰਤਰ। ਉਹ ਨਿਰੰਤਰ, ਰੈਗੂਲਰ, ਲਗਾਤਾਰ ਉਹਨਾਂ ਦੀ ਸੁਰਤ ਵਿੱਚ, ਉਹਨਾਂ ਦੀ ਯਾਦਹਾਨੀ ਵਿੱਚ, ਉਹਨਾਂ ਦੇ ਚੇਤੇ ਵਿੱਚ ਵਸਿਆ ਰਹਿੰਦਾ ਹੈ। ਗੁਰ ਕਿਰਪਾ ਤੇ ਲਹੀ ਹੈ। ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਐਸੇ ਪਰਮੇਸ਼ਰ ਦੀ ਯਾਦ ਆਪਣੇ ਹਿਰਦੇ 'ਚ ਟਿਕਾ ਲਈ ਹੈ, ਪ੍ਰਾਪਤ ਕਰ ਲਈ ਹੈ। ਕਹੋ ਕਬੀਰ ਬਲ ਜਾਉ ਗੁਰੇ ਆਪਣੇ। ਇਹ ਕਬੀਰ ਆਖ ਮੈਂ ਆਪਣੇ ਗੁਰੂ ਤੋਂ ਸਦਕੇ, ਵਿਵੇਕਮਈ ਗੁਰੂ ਤੋਂ ਸਦਕੇ, ਗਿਆਨ ਗੁਰੂ ਤੋਂ ਸਦਕੇ ਬਲਿਹਾਰ ਜਾਂਦਾ ਹਾਂ। ਸਤ ਸੰਗਤ ਮਿਲ ਰਹੀ ਹੈ, ਮੈਂ ਸਦਾ ਹੀ ਸੱਚ ਸਤ ਸੰਗਤ। ਇੱਕ ਸ਼ਬਦ ਆਉਂਦਾ ਸਾਧ ਸੰਗਤ, ਗੁਰੂ ਦੀ ਸੰਗਤ। ਗੁਰੂ ਕਿੱਥੇ ਲੈ ਕੇ ਜਾਏਗਾ? ਸਤ ਸੰਗਤ। ਪਹਿਲੋਂ ਤੁਸੀਂ ਗੁਰੂ ਦੇ ਨੇੜੇ ਹੋਵੋਗੇ, ਗੁਰੂ ਤੁਹਾਨੂੰ ਸੱਚ ਤੱਕ ਲੈ ਕੇ ਜਾਏਗਾ, ਤੁਸੀਂ ਸਾਧ ਸੰਗਤ ਤੇ ਤੋਂ ਸਤ ਸੰਗਤ ਤੱਕ ਦਾ ਸਫ਼ਰ ਤੈਅ ਕਰੋ। ਹੁਣ ਮੈਂ ਸਦਾ ਸੱਚ ਵਿੱਚ ਅਭੇਦ ਹੋਇਆ ਰਹਿੰਦਾ, ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜਿਆ ਰਹਿੰਦਾ। ਗਰੀਬ ਨਵਾਜ਼ ਕਿਰਪਾ ਕਰਨ, ਸ਼ਬਦ ਦਾ ਇਹ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ,
ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।